ਮੈਂ ਸਮਝਦਾ ਕਿ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵਾਦ-ਵਿਵਾਦ ਚੱਲਦਾ ਸੀ। ਜੇਕਰ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਵਾਇਰਲ ਵੀਡੀਓ ਆਈਆਂ ਸੀ, ਪੁਲਿਸ ਪ੍ਰਸ਼ਾਸਨ ਵੱਲੋਂ ਤੁਰੰਤ ਐਕਸ਼ਨ ਲੈਣਾ ਚਾਹੀਦਾ ਸੀ। ਪਹਿਲੀ ਤਾਂ ਗੱਲ ਇਹ ਆ ਵੀ ਆਪਾਂ ਨੂੰ ਪ੍ਰਸ਼ਾਸਨ ਕੋਲ ਸ਼ਿਕਾਇਤ ਕਰਨੀ ਚਾਹੀਦੀ, ਪ੍ਰਸ਼ਾਸਨ ਦੀ ਸਹਾਇਤਾ ਲਾ ਕਰਕੇ ਆਪਾਂ ਨੂੰ ਬੰਦੇ ਦੇ ਖੁਦ ਰੂਬਰੂ ਹੋਣਾ ਚਾਹੀਦਾ ਕਿ ਜੇ ਤੇਰੇ ਮਨ ਵਿੱਚ ਕੋਈ ਗਿਲਾ ਸ਼ਿਕਵਾ ਤਾਂ ਆਪਾਂ ਬਹਿ ਕਰਕੇ ਕੱਢ ਸਕਦੇ ਹਾਂ। ਪਰ ਜੇਕਰ ਉਹ ਬੰਦਾ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ, ਕਿਸੇ ਗੱਲ 'ਤੇ ਕਿਸੇ ਤਨ ਪੱਤਨ 'ਤੇ ਨਹੀਂ ਆਉਂਦਾ, ਤੇ ਆਪਾਂ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਆ ਤਾਂ ਕਿ ਜਿਹੜਾ ਸਮਾਜ ਲੜਾਈ, ਭਾਈਚਾਰਕ ਲੜਾਈ ਆ ਜਾਂ ਧਰਮ ਦੀ ਲੜਾਈ ਨਾ ਬਣ ਸਕੇ। ਸਾਡੇ ਵਰਗੇ ਕੋਈ ਸ਼ਰਾਰਤੀ ਅਨਸਰ ਪੈਦਾ ਹੋ ਜਾਂਦੇ ਆ ਜਿਨ੍ਹਾਂ ਦੀ ਸ਼ਰਾਰਤ ਦਾ ਸਦਕਾ ਸਮਾਜ ਜਾਂ ਧਰਮ ਦੀ ਇੱਕ ਲੜਾਈ ਬਣ ਜਾਂਦੀ ਆ। ਜੋ ਸਰਕਾਰ ਨੇ ਹੁਣ ਐਕਸ਼ਨ ਲਿਆ, ਇਹਨਾਂ ਨੂੰ ਪਹਿਲਾਂ ਲੈਣਾ ਚਾਹੀਦਾ ਸੀ। ਤੇ ਆਪਾਂ ਸਾਰਿਆਂ ਨੂੰ ਪਤਾ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਆਮ ਲੋਕਾਂ ਦੇ ਵਿੱਚ ਇਹੋ ਜਿਹੇ ਝਗੜੇ ਕਰਾਉਂਦੇ ਆ ਤੇ ਉਹ ਆਪਣਾ ਨਿੱਜੀ ਸਿਆਸੀ ਲਾਹਾ ਲੈਂਦੇ ਆ। ਜੇਕਰ ਆਪਾਂ ਹੱਕ ਤੇ ਸੱਚ ਦੀ ਗੱਲ ਕਰਾਂਗੇ, ਆਪਾਂ ਨੂੰ ਕਦੇ ਵਾਸਤੇ ਸਿਕਿਉਰਿਟੀ ਦੀ ਲੋੜ ਨਹੀਂ ਪਵੇਗੀ। ਮੈਂ ਸਾਰਿਆਂ ਨੂੰ ਆਪਣੇ ਤੌਰ ਤੇ ਬੇਨਤੀ ਕਰੂੰਗਾ ਕਿ ਆਪਾਂ ਨੂੰ ਭਾਈਚਾਰਕ ਸਾਂਝ ਬਣਾ ਕਰਕੇ ਰੱਖਣੀ ਚਾਹੀਦੀ ਆ। ਆਪਾਂ ਨੂੰ ਕਿਸੇ ਜਾਤੀ ਧਰਮ ਦੇ ਖਿਲਾਫ ਕਦੇ ਵਾਸਤੇ ਗਲਤ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਕਦੇ ਸ਼੍ਰੋਮਣੀ ਕਮੇਟੀ ਹੁੰਦੀ ਸੀ, ਪਰ ਹੁਣ ਇਹ ਬਾਦਲ ਕਮੇਟੀ ਆ। ਜਿਸ ਪਟਿਆਲਾ ਦੇ ਵਿੱਚ ਹਿੰਦੂ ਸੰਗਠਨ ਅਤੇ ਸਿੱਖ ਸੰਗਠਨਾਂ ਦੇ ਵਿਚਕਾਰ ਭਾਰੀ ਟਕਰਾਅ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ ਐਸਐਸਪੀ ਸਮੇਤ ਕੁਝ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਔਰ ਅੱਜ ਅਸੀਂ ਪਹੁੰਚੇ ਹੋਏ ਹਾਂ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਜੀ ਕੋਲ। ਹਾਂਜੀ ਭਾਈ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਸਾਰੇ ਘਟਨਾਕ੍ਰਮ ਨੂੰ? ਮੈਂ ਆਪਣੇ ਵੱਲੋਂ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਵਸਦੇ ਸਮੂਹ ਭਾਈਚਾਰਕ ਸਾਂਝ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਦੇ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮਝਦਾ ਕਿ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵਾਦ-ਵਿਵਾਦ ਚੱਲਦਾ ਸੀ। ਜੇਕਰ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਵਾਇਰਲ ਵੀਡੀਓ ਆਈਆਂ ਸੀ, ਪੁਲਿਸ ਪ੍ਰਸ਼ਾਸਨ ਵੱਲੋਂ ਤੁਰੰਤ ਐਕਸ਼ਨ ਲੈਣਾ ਚਾਹੀਦਾ ਸੀ। ਭਾਵੇਂ ਕਿਸੇ ਵੀ ਜਾਤੀ, ਧਰਮ, ਮਜ਼ਹਬ ਦੇ ਨਾਲ ਸੰਬੰਧਿਤ ਹੋਵੇ। ਪਹਿਲੀ ਤਾਂ ਗੱਲ ਇਹ ਆ ਵੀ ਆਪਾਂ ਨੂੰ ਪ੍ਰਸ਼ਾਸਨ ਕੋਲ ਸ਼ਿਕਾਇਤ ਕਰਨੀ ਚਾਹੀਦੀ, ਪ੍ਰਸ਼ਾਸਨ ਦੀ ਸਹਾਇਤਾ ਲਾ ਕਰਕੇ ਆਪਾਂ ਨੂੰ ਬੰਦੇ ਦੇ ਖੁਦ ਰੂਬਰੂ ਹੋਣਾ ਚਾਹੀਦਾ ਕਿ ਜੇ ਤੇਰੇ ਮਨ ਵਿੱਚ ਕੋਈ ਗਿਲਾ ਸ਼ਿਕਵਾ ਤਾਂ ਆਪਾਂ ਬਹਿ ਕਰਕੇ ਕੱਢ ਸਕਦੇ ਹਾਂ। ਪਰ ਜੇਕਰ ਉਹ ਬੰਦਾ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ, ਕਿਸੇ ਗੱਲ 'ਤੇ ਕਿਸੇ ਤਨ ਪੱਤਨ 'ਤੇ ਨਹੀਂ ਆਉਂਦਾ, ਤੇ ਆਪਾਂ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਆ ਤਾਂ ਕਿ ਜਿਹੜਾ ਸਮਾਜ ਲੜਾਈ, ਭਾਈਚਾਰਕ ਲੜਾਈ ਆ ਜਾਂ ਧਰਮ ਦੀ ਲੜਾਈ ਨਾ ਬਣ ਸਕੇ। ਜਦੋਂ ਆਪਾਂ ਇਹ ਗੱਲ ਚੱਲਦੀ ਆ, ਉਦੋਂ ਇਹਦੇ 'ਤੇ ਤੁਰੰਤ ਕਾਰਵਾਈ ਨਹੀਂ ਹੁੰਦੀ, ਫਿਰ ਆਉਣ ਵਾਲੇ ਸਮੇਂ ਵਿੱਚ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਗੁਰਮੁਖੋ, ਮੈਂ ਜੋ ਵੀ ਹੋਇਆ ਪਟਿਆਲਾ ਦੀ ਧਰਤੀ 'ਤੇ ਮੰਦਭਾਗਾ ਹੋਇਆ। ਨਾ ਤਾਂ ਹਿੰਦੂ ਧਰਮ ਮਾੜਾ ਅਤੇ ਨਾ ਸਿੱਖ ਧਰਮ ਮਾੜਾ। ਅਸੀਂ ਸਾਰੇ ਇੱਕ ਦੇਸ਼ ਦੇ ਵਾਸੀ ਹਾਂ, ਇੱਕ ਦੇਸ਼ 'ਤੇ ਰਹਿਣ ਵਾਲੇ ਹਾਂ। ਸਾਡੇ ਵਰਗੇ ਕੋਈ ਸ਼ਰਾਰਤੀ ਅਨਸਰ ਪੈਦਾ ਹੋ ਜਾਂਦੇ ਆ ਜਿਨ੍ਹਾਂ ਦੀ ਸ਼ਰਾਰਤ ਦਾ ਸਦਕਾ ਸਮਾਜ ਜਾਂ ਧਰਮ ਦੀ ਇੱਕ ਲੜਾਈ ਬਣ ਜਾਂਦੀ ਆ। ਜੋ ਕੁਝ ਵੀ ਹੋਇਆ ਮੰਦਭਾਗਾ ਹੋਇਆ। ਮੈਂ ਇਸ ਦੀ ਨਿੰਦਿਆ ਕਰਦਾ ਕਿ ਨਹੀਂ ਸੀ ਹੋਣਾ ਚਾਹੀਦਾ। ਪ੍ਰਸ਼ਾਸਨ ਨੂੰ ਤੁਰੰਤ ਐਕਸ਼ਨ ਲੈ ਕਰਕੇ ਇਹਦੇ 'ਤੇ ਕੰਟਰੋਲ ਕਰਨਾ ਚਾਹੀਦਾ ਸੀ ਤਾਂ ਕਿ ਖੂਨੀ ਵਾਦ-ਵਿਵਾਦ ਨਾ ਬਣਦਾ। ਜੇ ਹਿੰਦੂ ਭਾਈਚਾਰਕ ਦੇ ਨਾਲ ਕੋਈ ਬੰਦਿਆਂ ਨੂੰ ਸੱਟਾਂ ਲੱਗੀਆਂ ਜਾਂ ਸਿੱਖ ਧਰਮ ਦੇ ਨਾਲ ਕੁਝ ਸਿੰਘਾਂ ਨੂੰ ਸੱਟਾਂ ਲੱਗੀਆਂ, ਵੇਖੋ ਉਹ ਸਭ ਕੁਛ ਮਾੜਾ। ਇਹ ਆਉਣ ਵਾਲੇ ਸਮੇਂ ਵਿੱਚ ਨਹੀਂ ਹੋਣਾ ਚਾਹੀਦਾ। ਜੋ ਸਰਕਾਰ ਨੇ ਹੁਣ ਐਕਸ਼ਨ ਲਿਆ, ਇਹਨਾਂ ਨੂੰ ਪਹਿਲਾਂ ਲੈਣਾ ਚਾਹੀਦਾ ਸੀ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਬਾਅਦ ਵਿੱਚ ਕੋਈ ਕਾਰਵਾਈ ਕੀਤੀ ਗਈ ਆ, ਇਹ ਪਹਿਲਾਂ ਕਰਨੀ ਚਾਹੀਦੀ ਸੀ ਤਾਂ ਕਿ ਆਪਾਂ ਨੂੰ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਬਹੁਤ ਦੇਰ ਕੀਤਾ, ਆਪਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ। ਭਾਈ ਸਾਹਿਬ, ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਅਸੀਂ ਦੇਖਦੇ ਹਾਂ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਕਾਲ ਕੀਤੀ ਜਾਂਦੀ ਆ ਤਾਂ ਇਹ ਜਿਹੜੇ ਉਹਨਾਂ ਦੇ ਮੁਖੀ ਹੁੰਦੇ ਆ ਉਹਨਾਂ ਨੂੰ ਨਜ਼ਰਬੰਦ ਕਰ ਲੈਂਦੇ ਆ। ਤਾਂ ਇਸ ਵਾਰ ਇਹਨਾਂ ਨੇ ਅਣਗਹਿਲੀ ਕਿਉਂ ਵਰਤੀ? ਕੀ ਲੱਗਦਾ ਤੁਹਾਨੂੰ ਕਿ ਕਿਤੇ ਨਾ ਕਿਤੇ ਸਿਆਸਤ ਦੀ ਬਦਬੂ ਆਉਂਦੀ ਹੈ ਵਿੱਚੋਂ? ਵੇਖੋ, ਇਹ ਤਾਂ ਖੁਦ ਜਾਂ ਉੱਥੇ ਹਿੰਦੂ ਭਾਈਚਾਰਕ ਸਾਂਝ ਵਾਲੇ ਜਾਂ ਸਿੱਖ ਜਿਹੜੇ ਆਗੂ ਆ ਉਹ ਦੱਸ ਸਕਦੇ, ਜਾਂ ਪੁਲਿਸ ਪ੍ਰਸ਼ਾਸਨ ਵਾਲੇ ਦੱਸ ਸਕਦੇ ਵੀ ਉਹਨਾਂ ਨੇ ਅਣਗਹਿਲੀ ਕਿਉਂ ਵਰਤੀ ਆ। ਜੇਕਰ ਉਹਨਾਂ ਨੇ ਅਣਗਹਿਲੀ ਵਰਤੀ ਆ ਤਾਂ ਮੈਂ ਸਮਝਦਾ ਬਹੁਤ ਵੱਡੀ ਬੇਵਕੂਫੀ ਆ। ਅਣਗਹਿਲੀ ਕਿਸੇ ਵੀ ਕੰਮ ਵਿੱਚ ਨਹੀਂ ਹੋਣੀ ਚਾਹੀਦੀ, ਤੁਰੰਤ ਕਾਰਵਾਈ ਹੋਣੀ ਚਾਹੀਦੀ ਆ। ਜੇਕਰ ਅਣਗਹਿਲੀ ਵਰਤੀ ਆ ਤਾਂ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜੇਕਰ ਅਣਗਹਿਲੀ ਨਾ ਵਰਤਦੇ, ਉਹਨਾਂ 'ਤੇ ਸਿਆਸੀ ਦਬਾਅ, ਸਰਕਾਰ ਦਾ ਦਬਾਅ
ਜਾਂ ਸਰਕਾਰ ਦੇ ਵਿਰੋਧੀ ਧਿਰਾਂ ਦਾ ਦਬਾਅ ਹੈ, ਉਹ ਤਾਂ ਖੁਦ ਦੱਸ ਸਕਦੇ, ਇਹਦੇ ਵਿੱਚ ਮੈਂ ਤਾਂ ਕੁਝ ਨਹੀਂ ਦੱਸ ਸਕਦਾ। ਮੈਂ ਸਮਝਦਾ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਆ, ਅਣਗਹਿਲੀ ਦਾ ਕਾਰਨ ਇਹ ਵਾਦ-ਵਾਦ ਵਾਪਰਿਆ, ਨਹੀਂ ਤੇ ਨਹੀਂ ਸੀ ਵਾਪਰ। ਇਹ ਬਾਬੇ ਮੈਂ ਤੁਹਾਨੂੰ ਤਾਂ ਪੁੱਛ ਰਿਹਾ ਕਿਉਂਕਿ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਹਿੰਦੂ ਮੁਸਲਮਾਨ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖ ਤੇ ਹਿੰਦੂ ਆਮਨੇ ਸਾਹਮਣੇ ਹੁੰਦੇ ਆ। ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਆਮ ਲੋਕਾਂ ਦੇ ਵਿੱਚ ਇਹੋ ਜਿਹੇ ਝਗੜੇ ਕਰਾਉਂਦੇ ਆ ਤੇ ਉਹ ਆਪਣਾ ਨਿੱਜੀ ਸਿਆਸੀ ਲਾਹਾ ਲੈਂਦੇ ਆ। ਪਰ ਮੈਂ ਸਮਝਦਾ ਕਿ ਆਮ ਲੋਕਾਂ ਨੂੰ ਸਿਆਸੀ ਲੋਕਾਂ ਦੀਆਂ ਗੱਲਾਂ ਵਿੱਚ ਆ ਕਰਕੇ ਆਪਸੀ ਭਾਈਚਾਰੇ ਦੀ ਫੁੱਟ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜੇ ਰਾਜਨੀਤਿਕ ਆ ਇਹਨਾਂ ਦੀਆਂ ਸਟੇਜਾਂ 'ਤੇ ਗੱਲਾਂ ਕੋਈ ਹੋਰ ਹੁੰਦੀਆਂ ਤੇ ਸਟੇਜਾਂ ਤੋਂ ਬਾਹਰ ਜਾ ਕਰਕੇ ਇਕੱਠੇ ਟੀ ਪਾਰਟੀਆਂ ਕਰਦੇ ਆ, ਇਕੱਠੇ ਰੋਟੀ ਪਾਣੀ ਖਾਂਦੇ ਆ। ਇਹਨਾਂ ਦੀਆਂ ਰਿਸ਼ਤੇਦਾਰੀਆਂ, ਇਹਨਾਂ ਦੀਆਂ ਲੰਮੀਆਂ ਸਾਂਝਾਂ ਹੁੰਦੀਆਂ। ਆਪਾਂ ਨੂੰ ਰਾਜਨੀਤਿਕ ਲੋਕਾਂ ਦੇ ਪਿੱਛੇ ਲਾ ਕਰਕੇ ਵਾਦ ਵਿੱਚ ਨਹੀਂ ਆਉਣਾ ਚਾਹੀਦਾ। ਇਹ ਰਾਜਨੀਤਿਕ ਜਿਹੜੇ ਵਾਦ ਆ ਉਹਨਾਂ ਤੋਂ ਆਪਾਂ ਨੂੰ ਬਚ ਕੇ ਰਹਿਣਾ ਚਾਹੀਦਾ। ਬਾਬਾ ਜੀ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹੋ, ਤੁਹਾਡੇ ਕੋਲ ਕਿੰਨੀ ਕੁ ਸਿਕਿਉਰਿਟੀ ਹੈਗੀ ਆ? ਕਿਉਂਕਿ ਜੇਕਰ ਅਸੀਂ ਜਿਹੜੇ ਸੰਗਠਨ ਲੜੇ ਨੇ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਕੋਲ ਬੜੀ ਭਾਰੀ ਸਿਕਿਉਰਿਟੀ ਹੈ। ਜੇਕਰ ਆਪਾਂ ਹੱਕ ਤੇ ਸੱਚ ਦੀ ਗੱਲ ਕਰਾਂਗੇ ਆਪਾਂ ਨੂੰ ਕਦੇ ਵਾਸਤੇ ਸਿਕਿਉਰਿਟੀ ਦੀ ਲੋੜ ਨਹੀਂ ਪਵੇਗੀ। ਤੇ ਜਦੋਂ ਆਪਾਂ ਨਿੱਜੀ ਸਵਾਰਥਾਂ ਵਾਸਤੇ ਜਾਂ ਆਪਾਂ ਨਿੱਜੀ ਸ਼ੋਹਰਤ ਵਾਸਤੇ ਕਿਸੇ ਸਮਾਜ ਦੇ ਉੱਪਰ, ਕਿਸੇ ਧਰਮ ਦੇ ਉੱਪਰ, ਕਿਸੇ ਜਾਤੀ ਦੇ ਉੱਪਰ ਕੋਈ ਕਿੰਤੂ ਕਰਾਂਗੇ, ਸਵਾਲ ਕਰਾਂਗੇ ਤੇ ਸਾਨੂੰ ਸਿਕਿਉਰਿਟੀ ਦੀ ਲੋੜ ਪਵੇਗੀ। ਇਸ ਕਰਕੇ ਮੈਂ ਸਾਰੀਆਂ, ਭਾਵੇਂ ਹਿੰਦੂ ਭਾਈਚਾਰਾ, ਸਿੱਖ ਭਾਈਚਾਰਾ, ਈਸਾਈ ਭਾਈਚਾਰਾ, ਭਾਵੇਂ ਮੁਸਲਮਾਨ ਭਾਈਚਾਰਾ, ਮੈਂ ਸਾਰਿਆਂ ਨੂੰ ਆਪਣੇ ਤੌਰ 'ਤੇ ਬੇਨਤੀ ਕਰੂੰਗਾ ਕਿ ਆਪਾਂ ਨੂੰ ਭਾਈਚਾਰਕ ਸਾਂਝ ਬਣਾ ਕਰਕੇ ਰੱਖਣੀ ਚਾਹੀਦੀ ਆ। ਆਪਾਂ ਨੂੰ ਕਿਸੇ ਜਾਤੀ ਧਰਮ ਦੇ ਖਿਲਾਫ ਕਦੇ ਵਾਸਤੇ ਗਲਤ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ, ਕਿਉਂਕਿ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਵੇਖੋ ਜਿਹੜੀ ਸਿਕਿਉਰਿਟੀ ਦੀ ਗੱਲ ਆ, ਆਪਾਂ ਇੱਕ ਆਮ ਬੰਦੇ ਆ, ਆਪਾਂ ਆਮ ਜਨਤਾ ਵਿੱਚ ਵਿਚਰਨਾ ਹੁੰਦਾ ਤੇ ਆਪਾਂ ਨੂੰ ਸਿਕਿਉਰਿਟੀ ਦੀ ਕਦੇ ਵਾਸਤੇ ਲੋੜ ਨਹੀਂ ਪੈਂਦੀ। ਸਿਕਿਉਰਿਟੀ ਦੀ ਲੋੜ ਉਸ ਬੰਦੇ ਨੂੰ ਪੈਂਦੀ ਆ ਜਿਹੜਾ ਬੰਦਾ ਗਲਤ ਕੰਮ ਕਰੂਗਾ, ਕਿਸੇ ਧਰਮ ਦੇ ਜਿੱਤੇ, ਕਿਸੇ ਜਾਤੀ ਦੇ, ਕਿਸੇ ਧਰਮ ਦੇ, ਕਿਸੇ ਮਜ਼ਹਬ ਦੇ ਖਿਲਾਫ ਬੋਲੂਗਾ, ਉਹਨੂੰ ਜ਼ਰੂਰ ਸਿਕਿਉਰਿਟੀ ਦੀ ਲੋੜ ਪੈਂਦੀ ਆ। ਜਿਹੜਾ ਹੱਕ ਤੇ ਸੱਚ ਦੀ ਗੱਲ ਕਰਦਾ, ਸਮਾਜ ਭਲਾਈ ਦੀ ਗੱਲ ਕਰਦਾ, ਉਹਨੂੰ ਕਦੇ ਵਾਸਤੇ ਸਿਕਿਉਰਿਟੀ ਦੀ ਲੋੜ ਨਹੀਂ ਪੈਂਦੀ। ਬਾਬੇ ਪਿਛਲੇ ਦਿਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਕਰੀਬ 182 ਲੋਕਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਸੀ। ਉਹਦੇ ਵਿੱਚ ਸਿਆਸੀ ਲੋਕ ਵੀ ਸੀ, ਧਾਰਮਿਕ ਲੋਕ ਵੀ ਸੀ। ਕੀ ਤੁਹਾਨੂੰ ਲੱਗਦਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਅੱਜ ਵੀ ਜਿਨ੍ਹਾਂ ਕੋਲ ਸਿਕਿਉਰਿਟੀ ਹੈਗੀ ਆ, ਜਿਵੇਂ ਹੁਣ ਪਿਛਲੇ ਦਿਨ ਅਸੀਂ ਪਟਿਆਲਾ ਦੀ ਗੱਲ ਕਰ ਰਹੇ ਹਾਂ ਕਿ ਉੱਥੇ ਝਗੜਾ ਹੁੰਦਾ, ਉਹਨਾਂ ਕੋਲ ਵੀ ਸਿਕਿਉਰਿਟੀ ਹੈ, ਉਹਨਾਂ ਦੀ ਵੀ ਸਿਕਿਉਰਿਟੀ ਵਾਪਸ ਲੈਣਗੇ? ਮੈਂ ਪਹਿਲਾਂ ਬੇਨਤੀ ਕੀਤੀ ਆ ਵੀ ਸਿਕਿਉਰਿਟੀ ਦੀ ਲੋੜ ਉਸ ਬੰਦੇ ਨੂੰ ਪੈਂਦੀ ਆ ਜਿਸ ਬੰਦੇ ਨੇ ਕੋਈ ਗਲਤ ਕੰਮ ਕਰਨੇ ਆ, ਜਿਸ ਬੰਦੇ ਨੇ ਹੱਕ, ਸੱਚ, ਸਮਾਜ, ਆਪਣੇ ਧਰਮ ਦੀ ਸੇਵਾ ਕਰਨੀ ਆ, ਉਸ ਬੰਦੇ ਨੂੰ ਕਦੇ ਵਾਸਤੇ ਸਿਕਿਉਰਿਟੀ ਦੀ ਲੋੜ ਨਹੀਂ ਪੈਂਦੀ। ਉਹਨਾਂ ਲੋਕਾਂ ਨੂੰ ਸਿਕਿਉਰਿਟੀ ਦੀ ਲੋੜ ਪੈਂਦੀ ਹੈ ਜਿਨ੍ਹਾਂ ਨੇ ਸ਼ਰਾਰਤਾਂ ਕਰਨੀਆਂ ਹੁੰਦੀਆਂ, ਗਲਤ ਕੰਮ ਕਰਨੇ ਹੁੰਦੇ ਆ। ਇਹ ਤਾਂ ਸਰਕਾਰ ਦਾ ਕੰਮ ਆ ਵੀ ਕਿਸ ਬੰਦੇ ਨੂੰ ਸਿਕਿਉਰਿਟੀ ਦੀ ਲੋੜ ਆ, ਕਿਸ ਨੂੰ ਨਹੀਂ। ਇਹ ਸਰਕਾਰ ਦਾ ਕੰਮ, ਉਹਨਾਂ ਨੇ ਵਾਪਸ ਲੈਣੀ ਆ ਜਾਂ ਨਹੀਂ ਲੈਣੀ, ਜਾਂ ਜਿਨ੍ਹਾਂ ਤੋਂ ਵਾਪਸ ਲਈ ਆ ਕਿੰਨਾ ਕਾਰਨਾਂ ਕਰਕੇ ਉਹਨਾਂ ਨੇ ਵਾਪਸ ਲਈ, ਤੇ ਸਰਕਾਰ ਦਾ ਕੰਮ ਆ ਜਾਂ ਪ੍ਰਸ਼ਾਸਨ ਦਾ ਕੰਮ ਆ। ਮੈਨੂੰ ਇਹੀ ਜਾਣਕਾਰੀ ਆ ਕਿ ਜਿਸ ਬੰਦੇ ਨੇ ਹੱਕ ਤੇ ਸੱਚ ਦੀ ਗੱਲ ਕਰਨੀ ਆ, ਆਪਣੇ ਧਰਮ ਦੇ ਵਿੱਚ ਰਹਿ ਕੇ ਧਰਮ ਦੀ ਸੇਵਾ ਕਰਨੀ, ਆਪਣੇ ਧਰਮ ਦਾ ਪ੍ਰਚਾਰ ਕਰਨਾ, ਜਾਂ ਸਮਾਜ ਵਿੱਚ ਰਹਿ ਕਰਕੇ ਸਮਾਜ ਦੀ ਸੇਵਾ ਕਰਨੀ, ਉਸ ਬੰਦੇ ਨੂੰ ਨਾ ਤਾਂ ਪਹਿਲਾਂ, ਨਾ ਹੁਣ ਤੇ ਨਾ ਆਉਣ ਵਾਲੇ ਸਮੇਂ ਵਿੱਚ ਕਦੇ ਵਾਸਤੇ ਸਿਕਿਉਰਿਟੀ ਦੀ ਲੋੜ ਨਹੀਂ ਪਵੇਗੀ। ਭਾਈ ਸਾਹਿਬ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬਾਹਰ ਕਰੀਬ 3 ਮਹੀਨਿਆਂ ਤੋਂ ਧਰਨਾ ਚੱਲ ਰਿਹਾ ਸੀ, ਜਿਸ ਦਾ ਬੀਤੇ ਦਿਨੀ ਧਰਨਾ ਜਿਹੜਾ ਉਸ ਦੀ ਸਮਾਪਤੀ ਹੋ ਗਈ ਔਰ ਪੰਜਾਬ ਸਰਕਾਰ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਜੋ ਵਿਵਾਦਿਤ ਕਿਤਾਬਾਂ ਸੀ ਉਹਨਾਂ ਦੇ ਉੱਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਿਸ ਤਰ੍ਹਾਂ ਦੇਖਦੇ ਸਾਰੇ ਇਸ ਫੈਸਲੇ ਨੂੰ? ਜਿਨ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਕਾਫੀ ਦਿਨਾਂ ਤੋਂ ਧਰਨਾ ਲਾਇਆ ਸੀ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਹੱਕ ਤੇ ਸੱਚ ਦੀ ਲੜਾਈ ਲੜੀ ਆ, ਤੇ ਸਰਕਾਰ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਦਾ ਜਿਹੜਾ ਕਾਫੀ ਸਮੇਂ ਤੋਂ ਧਰਨਾ ਲੱਗਿਆ ਸੀ, ਉਹਨਾਂ ਦੀ ਆਵਾਜ਼ ਨੂੰ ਸੁਣ ਕਰਕੇ ਜਿਹੜੀਆਂ ਪਿਛਲੇ ਕਈ ਸਾਲਾਂ ਤੋਂ ਛਪੀਆਂ ਕਿਤਾਬਾਂ ਉੱਤੇ ਪਾਬੰਦੀ ਲਾਈ ਆ। ਤੇ ਨਾਲ ਹੀ ਮੈਂ ਬੇਨਤੀ ਕਰਦਾ ਕਿ ਕਿਤਾਬਾਂ ਛਪੀਆਂ 'ਤੇ ਪਾਬੰਦੀ ਤਾਂ ਲਾ ਦਿੱਤੀ ਆ, ਪਰ ਜਿਹੜੇ ਬੰਦੇ ਨੇ ਇਹ ਕੋਝੀ ਸ਼ਰਾਰਤ ਕੀਤੀ ਆ ਉਹਦੇ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਇਹੋ ਜਿਹੀ ਕੋਝੀ ਸ਼ਰਾਰਤ ਨਾ ਕਰੇ। ਦੁਬਾਰਾ ਫਿਰ ਜਿਨ੍ਹਾਂ ਨੇ ਇਹ ਧਰਨਾ ਲੰਮੇ ਸਮੇਂ ਤੋਂ ਲਾਇਆ, ਮੈਂ ਉਹਨਾਂ ਸਾਰੇ ਗੁਰਮੁਖ ਪਿਆਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਗੁਰਮੁਖ ਪਿਆਰਿਆਂ ਨੂੰ ਹੱਕ ਤੇ ਸੱਚ ਦੀ ਲੜਾਈ ਲੜਨ ਦੀ ਹੋਰ ਉਦਮ ਬਲ ਤੇ ਉਤਸ਼ਾਹ ਬਖਸ਼ਿਸ਼ ਕਰਨ। ਸਰਕਾਰ ਦਾ ਧੰਨਵਾਦ
ਜਿਨ੍ਹਾਂ ਨੇ ਇਹਨਾਂ ਪ੍ਰੇਮੀਆਂ ਦੀ ਆਵਾਜ਼ ਨੂੰ ਸੁਣ ਕਰਕੇ ਜਿਹੜੀਆਂ ਕਿਤਾਬਾਂ ਛਪੀਆਂ ਸੀ ਉਹਨਾਂ ਵਿੱਚ ਗਲਤ ਜੋ ਛਪਿਆ ਸੀ ਉਹਨਾਂ 'ਤੇ ਪਾਬੰਦੀ ਲਾਈ ਆ। ਅਤੇ ਨਾਲ ਬੇਨਤੀ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਇਹ ਕੋਝੀ ਸ਼ਰਾਰਤ ਕੀਤੀ ਆ ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਭਾਈ ਸਾਹਿਬ, ਜੇਕਰ ਗੱਲ ਇਹ ਜੇ ਕਿਤਾਬਾਂ ਦੀ ਅਸੀਂ ਕਰ ਰਹੇ ਹਾਂ ਤਾਂ ਕਿਤਾਬਾਂ ਗਲਤ ਛਪੀਆਂ, ਪਰ ਜਿਹੜੀ ਐਸਜੀਪੀਸੀ ਵੱਲੋਂ ਇੱਧਰ ਕਿਉਂ ਨਹੀਂ ਧਿਆਨ ਦਿੱਤਾ ਗਿਆ? ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਕਦੇ ਸ਼੍ਰੋਮਣੀ ਕਮੇਟੀ ਹੁੰਦੀ ਸੀ, ਪਰ ਹੁਣ ਇਹ ਬਾਦਲ ਕਮੇਟੀ ਆ। ਜਿਸ ਤਰ੍ਹਾਂ ਕਿ ਬਾਦਲ ਅਕਾਲੀ ਦਲ ਆ, ਇਸੇ ਤਰ੍ਹਾਂ ਇਹ ਬਾਦਲ ਕਮੇਟੀ ਆ। ਸ਼੍ਰੋਮਣੀ ਕਮੇਟੀ ਸਮੁੱਚੀ ਦਾ ਜਿਹੜਾ ਮਾਲਕ ਆ ਉਹ ਬਾਦਲ ਪਰਿਵਾਰ ਆ। ਜਿਸ ਤਰ੍ਹਾਂ ਬਾਦਲ ਉਹਨਾਂ ਨੂੰ ਕਹਿੰਦਾ ਉਸੇ ਤਰ੍ਹਾਂ ਕਰਦਾ। ਇਸ ਕਰਕੇ ਇਹ ਬਾਦਲ ਦੇ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਆ ਇਹ ਨੌਕਰ ਆ, ਅਤੇ ਨੌਕਰ ਗੁਰਮੁਖੋ ਕਦੇ ਵਾਸਤੇ ਆਪਣੀ ਮਰਜ਼ੀ ਨਹੀਂ ਕਰ ਸਕਦਾ। ਜੋ ਮਾਲਕ ਦਾ ਹੁਕਮ ਹੁੰਦਾ ਉਹਨੂੰ ਆਪਣੇ ਮਾਲਕ ਦੇ ਹੁਕਮ ਦੀ ਪਾਲਣਾ ਕਰਨੀ ਪੈਂਦੀ ਆ। ਸਾਡੇ ਵੱਡ ਵਡੇਰਿਆਂ ਨੇ ਕੁਰਬਾਨੀਆਂ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਿਆਰ ਕੀਤੀ ਸੀ, ਪਰ ਅਫਸੋਸ ਸਾਡਾ ਸਿੱਖਾਂ ਦਾ ਦੁਖਾਂਤ ਆ ਕਿ ਇੱਕ ਪਰਿਵਾਰ ਸ਼੍ਰੋਮਣੀ ਕਮੇਟੀ ਦਾ ਮਾਲਕ ਬਣ ਗਿਆ ਅਤੇ ਇੱਕ ਪਰਿਵਾਰ ਹੀ ਸ਼੍ਰੋਮਣੀ ਅਕਾਲੀ ਦਲ 'ਤੇ ਕਬਜ਼ਾ ਕਰਕੇ ਬੈਠਾ। ਇਸ ਕਰਕੇ ਉਹ ਬਾਦਲ ਦੀ ਕਮੇਟੀ ਆ, ਬਾਦਲ ਨੇ ਉਹਨਾਂ ਨੂੰ ਜਿਸ ਤਰ੍ਹਾਂ ਕਹਿਣਾ ਉਸੇ ਤਰ੍ਹਾਂ ਕਰਨਾ। ਇਸ ਕਰਕੇ ਉਹ ਆਪਣੇ ਫਰਜ਼ਾਂ ਤੋਂ ਭੱਜੀ ਆ, ਉਹਨਾਂ ਨੇ ਆਪਣੇ ਫਰਜ਼ਾਂ ਦੀ ਪਾਲਣਾ ਨਹੀਂ ਕੀਤੀ। ਭਾਈ ਸਾਹਿਬ, ਪੰਜਾਬ ਦੇ ਵਿੱਚ ਸਰਕਾਰ ਬਦਲ ਚੁੱਕੀ ਆ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਵੱਲੋਂ ਵੀ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਕਿ ਅਸੀਂ ਜਿਹੜੇ 328 ਸਰੂਪ ਗਾਇਬ ਹੋਏ ਨੇ ਉਹਨਾਂ ਦਾ ਇਨਸਾਫ ਕਰਾਵਾਂਗੇ। ਹੁਣ ਪੰਜਾਬ ਸਰਕਾਰ ਬਦਲ ਗਈ, ਕੀ ਤੁਹਾਨੂੰ ਲੱਗਦਾ ਕਿ ਦੋਸ਼ੀ ਜਿਹੜੇ ਗ੍ਰਿਫਤ 'ਚ ਹੋਣਗੇ? ਵੇਖੋ, ਆਸ ਤਾਂ ਕਿਸੇ ਤੋਂ ਨਹੀਂ ਕੀਤੀ ਜਾ ਸਕਦੀ। ਜਿੰਨਾ ਚਿਰ ਕੋਈ ਕੰਮ ਕਰਦਾ ਨਹੀਂ ਆਪਾਂ ਉਹਨਾਂ ਚਿਰ ਕਿਸੇ 'ਤੇ ਆਸ ਨਹੀਂ ਕਰ ਸਕਦਾ। ਹੋ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਸਿੱਖਾਂ ਨੇ ਕੋਈ ਉਪਰਾਲਾ ਕੀਤਾ ਅਤੇ ਬਣਦੀ ਜਿਹੜੀ ਦੋਸ਼ੀਆਂ 'ਤੇ ਕਾਰਵਾਈ ਹੋ ਸਕੇ। ਉਪਰਾਲਾ ਜ਼ਰੂਰ ਸਿੰਘ ਪਹਿਲਾਂ ਵੀ ਕਰਦੇ ਸੀ, ਹੁਣ ਵੀ ਕਰਦੇ, ਅਤੇ ਜਿੰਨਾ ਚਿਰ ਦੋਸ਼ੀ ਕਟਹਿਰੇ ਵਿੱਚ ਖੜ੍ਹੇ ਨਹੀਂ ਹੁੰਦੇ, ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ, ਉਹਨਾਂ ਚਿਰ ਸਿੱਖ ਸੰਗਤਾਂ ਦੇ ਸਾਰੇ ਜਿਹੜੇ ਸੀ ਨਾ ਉਪਰਾਲੇ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ। ਧੰਨਵਾਦ। ਸੋ ਇਹ ਸਨ ਸਾਡੇ ਨਾਲ ਭਾਈ ਅਮਰੀਕ ਸਿੰਘ ਅਜਨਾਲਾ ਜੀ, ਜਿਨ੍ਹਾਂ ਦੇ ਨਾਲ ਵੱਖ-ਵੱਖ ਵਿਸ਼ਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ। ਤੁਸੀਂ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋਏ ਸੀ। ਅਜਨਾਲਾ ਤੋਂ ਪ੍ਰਦੀਪ ਅਰੋੜਾ।